गुड मॉर्निंग पंजाबियों, तुसीं देख रहे हो एबीपी साझा ते लैके हाज़र हाँ पंजाब ते देश विदेश दी खबरां। शुरुआत करते हैं पंजाब तो। फिरोजपुर के हुसैनीवाला सरहद उपर पाकिस्तान के ड्रोन देखे गए सन जो 1 किलोमीटर भारत की सरहद अंदर दाखिल भी हुए सन। इसकी जानकारी BSF ने दी है। फिरोजपुर के हुसैनीवाला च सोमवार रात पाकिस्तान का ड्रोन देखा गया। BSF अनुसार ड्रोन लगभग 1 किलोमीटर तक भारतीय सरहद अंदर दाखिल भी होया ते फिर पाकिस्तान वाल वापस मुड़ गया। BSF ने फिरोजपुर पुलिस नूं ड्रोन संबंधी जानकारी भी दी है। पाकिस्तान सरहदी इलाकों च हथियारां अते नशिਆਂ ਦੀ सप्लाई ਦੇ ਲਈ ड्रोन की ਵਰਤੋਂ कर रहा है। हाल ही ਵਿੱਚ पाकिस्तान ने ਅਜਿਹਾ ਕੀਤਾ ਵੀ ਹੈ। ਸਤੰਬਰ ਦੇ ਆਖਰ ਵਿੱਚ ਅੰਮ੍ਰਿਤਸਰ ਦੇ ਤਰਨਤਾਰਨ ਤੋਂ ਪਾਕਿस्तानी ड्रोन ਅਤੇ ਹਥਿਆਰ ਫੜੇ ਗਏ ਸਨ। ਅੰਮ੍ਰਿਤਸਰ 'ਚ ਜੋੜਾ ਫਾਟਕ ਪੀੜਤਾਂ ਵੱਲੋਂ ਇਨਸਾਫ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਲੋਕ ਰੇਲਵੇ ਫਾਟਕ ਵੱਲ ਵੱਧ ਰਹੇ ਸਨ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਉਹਨਾਂ ਨੂੰ ਪਿੱਛੇ ਹੀ ਰੋਕ ਦਿੱਤਾ। ਲੋਕ ਸੜਕਾਂ ਦੇ ਉੱਪਰ ਹੀ ਧਰਨਾ ਲਗਾ ਕੇ ਬੈਠ ਗਏ। ਪੀੜਤਾਂ ਦੀ ਮੰਗ ਹੈ ਕਿ ਉਹਨਾਂ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਨੇ ਉਹ ਜਲਦ ਪੂਰੇ ਕੀਤੇ ਜਾਣ। ਇਸ ਦੌਰਾਨ ਧਰਨੇ ਤੇ ਬੈਠੇ ਪਰਿਵਾਰਾਂ ਨੇ ਮੰਗ ਕੀਤੀ ਕਿ ਜਾਂ ਤਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਨਹੀਂ ਤਾਂ ਉਹਨਾਂ ਨੂੰ ਟਰੈਕ ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਉਹ ਆਪਣੀ ਜਾਨ ਦੇ ਦੇਣਗੇ। 22 ਤਰੀਕ ਤੱਕ ਦਾ ਸਮਾਂ ਦੇ ਦਿੱਤਾ ਹੈ। ਰਿਟਨ ਦੇ ਵਿੱਚ ਪ੍ਰਸ਼ਾਸਨ ਨੂੰ ਜਿਹੜਾ ਇੱਕ ਮੈਮੋਰੈਂਡਮ ਦਿੱਤਾ ਹੈ, ਇਹਦੇ ਨਾਲ ਕਿਹਾ ਕਿ ਜੇਕਰ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ ਤੇ ਇਸ ਜਗ੍ਹਾ ਦੇ ਉੱਪਰ ਇਸੇ ਜਗ੍ਹਾ ਤੇ ਫਿਰ ਧਰਨਾ ਸ਼ੁਰੂ ਹੋਊਗਾ। ਪੀੜਤ ਪਰਿਵਾਰਾਂ ਨੂੰ ਲੈ ਕੇ ਮੁੱਖ ਮੰਗਾਂ ਇਹੀ ਨੇ ਕਿ ਸਰਕਾਰ ਜਿਹੜੇ ਆਪਣੇ ਵਾਅਦੇ ਕੀਤੇ ਸੀ, ਕੈਪਟਨ ਅਮਰਿੰਦਰ ਸਿੰਘ ਇੱਥੇ ਆਏ ਸਨ, ਨਵਜੋਤ ਸਿੰਘ ਸਿੱਧੂ ਇੱਥੇ ਆਏ ਸਨ, ਨਾਲ ਹੀ ਜਿਹੜੇ ਮੁਲਜ਼ਮ ਹੈ ਇਸ ਸਾਰੇ ਕਾਂਡ ਦੇ ਲਈ ਇਸ ਦੀ ਰਿਪੋਰਟ ਜਨਤਕ ਕੀਤੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਵੇ। ਹੁਣ ਗੱਲ 22 ਤਰੀਕ ਤੱਕ ਚਲੇ ਗਈ ਹੈ। ਫਿਲਹਾਲ ਜੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੋਂ ਧਰਨਾ ਚੁੱਕ ਲਿਆ ਹੈ ਪਰਿਵਾਰ, ਪੀੜਤ ਪਰਿਵਾਰ ਸੀਗੇ ਜਿਹੜੇ ਇੱਥੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਜਿਹੜੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਗੱਲ ਕਰ ਰਹੇ ਨੇ ਕਿ ਉਹ ਸਹਿਮਤ ਨੇ ਇਸ ਗੱਲ ਦੇ ਉੱਤੇ, ਤੇ ਕਿਉਂਕਿ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨਾਂ ਦੇ ਨਾਲ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਜੋ ਇਹ ਗੱਲਬਾਤ ਹੋਈ ਸਿਆਸੀ ਪਾਰਟੀਆਂ ਦੇ ਆਗੂ ਨਾਲ, ਕੋਈ ਸਹਿਮਤ ਹੋ ਤੁਸੀਂ? ਗੱਲਬਾਤ ਕੀਤੀ हाँ जी 22 तरीक का इन्होंने वादा किया। देखो 22 तरीक तक अगर ना होएगा तो फिर यही काम होएगा। ਹੁਣ ਇਸ ਤਰ੍ਹਾਂ ਧਰਨਾ ਤੁਸੀਂ ਆਪ ਚੁੱਕ ਰਹੇ ਹੋ? हाँ जी ਅਸੀਂ ਆਪ ਚੁੱਕ ਰਹੇ ਆ। ਚਲੋ ਸਾਡੇ ਸਾਰੇ ਵੱਡੇ ਆਏ, ਵਿਸ਼ਵਾਸ ਸਾਨੂੰ ਦਿਲਾਇਆ ਉਹਨਾਂ ਨੇ, ਸਾਡੇ ਕੇ ਬੇਨਤੀ ਕੀਤੀ ਆ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ। ਬਾਕੀ ਚਲੋ ਅੱਗੋਂ ਦੇਖਦੇ ਆ ਕੀ ਕਰਦੇ ਆ। ਠੀਕ ਹੈ। ਸੋ ਜੋ ਪੀੜਤ ਪਰਿਵਾਰ ਵੀ ਸੀ ਉਹਨਾਂ ਦਾ ਵੀ ਉਹ ਕਹਿਣਾ ਕਿ ਉਹ ਸਹਿਮਤ ਨੇ, ਕਿਉਂਕਿ ਸਾਰਿਆਂ ਨੇ ਧਰਨੇ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਹਨਾਂ ਨੂੰ ਅਪੀਲ ਵੀ ਕੀਤੀ ਸੀ ਕਿ ਤੁਸੀਂ ਟਰੈਕ ਦੇ ਉੱਪਰ ਨਾ ਜਾਓ, ਤੇ ਇਹਨਾਂ ਦੀ ਗੱਲ ਹੁਣ ਪੀੜਤ ਪਰਿਵਾਰਾਂ ਨੇ ਮੰਨ ਵੀ ਲਈ ਹੈ ਕਿਉਂਕਿ ਕੱਲ ਦੇ ਕੈਂਡਲ ਮਾਰਚ ਵੀ ਕੱਢਿਆ ਤੇ ਸਵੇਰ ਦੇ ਹੀ ਸੁਬਾਹ ਦੇ ਇਸ ਜਗ੍ਹਾ ਤੇ ਧਰਨੇ ਤੇ ਬੈਠੇ ਸਨ ਤੇ ਸਾਰਿਆਂ ਨੂੰ ਧਰਨੇ ਤੋਂ ਉਠਾ ਦਿੱਤਾ ਗਿਆ ਹੈ। ਤੇ ਆਸ ਕੀਤੀ ਜਾ ਰਹੀ ਹੈ ਕਿਉਂਕਿ ਰਿਟਨ ਦੇ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਜਿੰਨੀਆਂ ਮੰਗਾਂ ਕੋਸ਼ਿਸ਼ ਹੋਣਗੇ ਵੱਧ ਤੋਂ ਵੱਧ ਸਰਕਾਰ ਤੱਕ ਵੀ ਪਹੁੰਚਾਉਣਗੇ ਤੇ ਜੋ ਉਹਨਾਂ ਦੇ ਪੱਧਰ ਦੀਆਂ ਹੋਣਗੀਆਂ ਉਹਨਾਂ ਨੂੰ ਮੰਨਿਆ ਜਾਏਗਾ ਤਾਂ ਕਿ ਲੋਕਾਂ ਨੂੰ ਮਜਬੂਰਨ ਦੁਬਾਰਾ ਧਰਨੇ ਤੇ ਨਾ ਬੈਠਣਾ ਪਵੇ। ਚੰਡੀਗੜ੍ਹ 'ਚ ਦੇਸ਼ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਗਿਆ। ਇਹ ਪੁਤਲਾ 221 ਫੁੱਟ ਉੱਚਾ ਹੈ ਜੋ ਧਨਾਸ ਕਲੋਨੀ ਦੇ ਪਰੇਡ ਗਰਾਊਂਡ 'ਚ ਤਿਆਰ ਕੀਤਾ ਗਿਆ। ਇੰਨੇ ਵੱਡੇ ਰਾਵਣ ਨੂੰ ਤਿਆਰ ਕਰਨ ਦੇ ਲਈ ਕਾਰੀਗਰਾਂ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਦੌਰਾਨ 300 ਲੋਕਾਂ ਅਤੇ ਕ੍ਰੇਨ ਦੀ ਮਦਦ ਦੇ ਨਾਲ ਇਹ ਪੁਤਲਾ ਖੜਾ ਕੀਤਾ ਗਿਆ। ਪੁਤਲੇ 'ਚ 55 ਫੁੱਟ ਦੀ ਤਲਵਾਰ, 70 ਫੁੱਟ ਦਾ ਤਾਜ ਅਤੇ 40 ਫੁੱਟ ਦੀ ਜੁੱਤੀ ਸ਼ਾਮਲ ਹੈ। ਇਸ ਪੁਤਲੇ ਨੂੰ ਤਿਆਰ ਕਰਨ ਦੇ ਵਿੱਚ 3000 ਮੀਟਰ ਕੱਪੜਾ ਲਗਾਇਆ ਗਿਆ ਜਿਸ ਨਾਲ ਪੁਤਲੇ ਦਾ ਭਾਰ 70 ਕੁਇੰਟਲ ਹੋ ਗਿਆ। ਬਠਿੰਡਾ 'ਚ ਦੁਸ਼ਹਿਰੇ ਮੌਕੇ ਅਵੱਲਾ ਪੁਤਲਾ ਬਣਾਇਆ ਗਿਆ ਜੋ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ। ਦੁਸ਼ਹਿਰੇ ਦੇ ਮੈਦਾਨ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਵੀ ਬਣਾਇਆ ਗਿਆ। ਦੇਸ਼ ਦੇ ਨਾਲ-ਨਾਲ ਪੰਜਾਬ 'ਚ ਵੀ ਦੁਸ਼ਹਿਰੇ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸ਼ਹਿਰੇ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਅੱਜ ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਦੀ ਬਹੁਤ-ਬਹੁਤ ਮੁਬਾਰਕ। ਇਹ ਜਿਹਾ ਦਿਹਾੜਾ ਹੁੰਦਾ ਹੈ ਜਿਹੜੇ ਸਾਰੇ ਅਸੀਂ ਇਹਨੂੰ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ। तो मैं आस करता है कि तुसी थोड़े परिवार सुखी रहें। वेला हो गया एक छोटी जी ब्रेक दा, मिलते हैं ब्रेक तो बाद। देश के अंदर बड़ी धूमधाम के नाल दशहरा मनाया गया तो उधर RSS वालों भी स्थापना दिवस मनाया गया। इस मौके RSS चीफ मोहन भागवत ने बड़ा बयान दिता है। ਦੁਸਹਿਰੇ ਮੌਕੇ RSS ਚੀਫ ਮੋਹਨ ਭਾਗਵਤ ਨੇ ਮੌਬ ਲਿੰਚਿੰਗ ਤੇ ਵੱਡਾ ਬਿਆਨ ਦਿੱਤਾ ਹੈ। ਨਾਗਪੁਰ 'ਚ ਸੰਬੋਧਨ ਕਰਦਿਆਂ RSS ਮੁਖੀ ਨੇ ਕਿਹਾ ਮੌਬ ਲਿੰਚਿੰਗ ਪੱਛਮੀ ਤਰੀਕਾ ਹੈ ਅਤੇ ਦੇਸ਼ ਨੂੰ ਬਦਨਾਮ ਕਰਨ ਦੇ ਸੰਦਰਭ ਵਿੱਚ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਮੌਬ ਲਿੰਚਿੰਗ ਜਿਹੀਆਂ ਘਟਨਾਵਾਂ ਦੇ ਨਾਲ RSS ਦਾ ਕੋਈ ਵੀ ਲੈਣ ਦੇਣ ਨਹੀਂ ਹੈ। ਰਾਸ਼ਟਰੀ ਸਵੈਮ ਸੇਵਕ ਸੰਘ
ਦੁਸਹਿਰੇ ਮੌਕੇ ਆਪਣਾ ਸਥਾਪਨਾ ਦਿਵਸ ਮਨਾਉਂਦਾ ਹੈ ਅਤੇ ਆਰਐਸਐਸ ਚੀਫ ਨਾਗਪੁਰ ਤੋਂ ਪੂਰੇ ਸੰਗਠਨ ਨੂੰ ਸੰਬੋਧਨ ਵੀ ਕਰਦਾ ਹੈ। ਦੁਸਹਿਰੇ ਵਾਲੇ ਦਿਨ ਡਾਕਟਰ ਹੈਡਗੇਵਾਰ ਨੇ ਸਨ 1925 ਚ आरएसएस ਦੀ ਸਥਾਪਨਾ ਕੀਤੀ ਸੀ। ये क्या हमारे यहाँ होता था कभी? हुआ है? ये शब्द कहाँ से आए हैं? इसके संबंधित पुरानी कहानी तो एक बाहर जो धर्म ग्रंथ तैयार हुआ उससे मिलती है। उस धर्म से उसके कोई संबंध नहीं। हमारे यहाँ ऐसा कुछ हुआ नहीं। ये छुटपुट समूहों की घटना है जिन पर कड़ी कानूनी कार्रवाई होनी चाहिए, ऐसा सब लोग चाहते हैं। हमारे देश की परंपरा उदारता की है, मिलकर रहने की है, भाईचारे से रहने की है। लेकिन ऐसे दूसरे देश से आई हुई किसी परंपरा का और हमारे ऊपर शब्द थोपेंगे और हमारे सारे समाज को, देश को दुनिया में बदनाम करने की कोशिश करेंगे। भारत में क्या हो रहा है? लेकिन ये चलता है और इसलिए बहुत सावधान रहना पड़ेगा। एक तो संपूर्ण समाज में हमको सद्भाव उत्पन्न करने का काम करना पड़ेगा। सबको इसका ध्यान रखना पड़ेगा। कितना भी उकसावा हो, प्रोवोकेशन हो, मर्यादा के बाहर नहीं जाना, हिंसा नहीं करना। ऐसी घटनाएं न हो गई तो दोषियों के लिए दंड हो, इसका प्रावधान अपने कानूनों में है। अगर कम पड़ता है तो नया बनाना चाहिए। आरएसएस जी मोहन भागवत के बयान की कांग्रेस ने सख्त निंदा की है। ठीक है, ये आरएसएस एक संगठन है, एक अपने आप अपना हर दशहरा पे कुछ न कुछ कहता रहता है। मैं उस संगठन को बहुत गंभीरता से नहीं लेता हूँ। ये तो सामान्य बातें हैं कि देश आगे बढ़ रहा है। अगर आप सरकार के प्रो होंगे तो आप सरकार की तारीफ करेंगे, सरकार के खिलाफ होंगे तो आप सरकार के खिलाफ बोलेंगे। इन भाषणों में कोई विश्लेषण थोड़ी होता है, तो राजनीतिक भाषण होते हैं। बदी ते नेकी दी जिੱਤ ਦਾ ਪ੍ਰਤੀਕ ਦਸਹਿਰਾ ਪੂਰੇ ਧੂਮਧਾਮ ਦੇ ਨਾਲ ਮਨਾਇਆ ਗਿਆ। ਦੇਸ਼ ਅੰਦਰ ਵੱਖ-ਵੱਖ ਥਾਵਾਂ ਤੇ ਹੋਏ ਸਮਾਗਮਾਂ 'ਚ ਸ਼ੋਭਾ ਯਾਤਰਾ ਦੇ ਰੂਪ 'ਚ ਝਾਕੀਆਂ ਕੱਢੀਆਂ ਗਈਆਂ। ਸ਼ਾਮ ਵੇਲੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। हरियाणा के फतेहाबाद च रामलीला दौरान स्टेज ਨੂੰ ਅੱਗ ਲੱਗਣ ਨਾਲ ਇੱਕ ਮਾਸੂਮ ਬੱਚਾ ਝੁਲਸ ਗਿਆ। ਰਾਮਲੀਲਾ ਜਾਖਲ ਮੰਡੀ ਦੀ ਧਨਕ ਬਸਤੀ 'ਚ ਹੋ ਰਹੀ ਸੀ ਅਤੇ ਸਟੇਜ ਤੇ ਲਕਸ਼ਮਣ ਰੇਖਾ ਲਗਾਉਣ ਦਾ ਦ੍ਰਿਸ਼ ਚੱਲ ਰਿਹਾ ਸੀ। ਲਾਈਨ ਬਣਾਉਣ ਦੇ ਲਈ ਡੀਜ਼ਲ ਦਾ ਇਸਤੇਮਾਲ ਕੀਤਾ ਗਿਆ। ਜਿਵੇਂ ਹੀ ਡੀਜ਼ਲ ਨੂੰ ਅੱਗ ਲਗਾਈ ਗਈ ਤਾਂ ਇਹ ਅੱਗ ਪੰਡਾਲ ਤੱਕ ਪਹੁੰਚ ਗਈ, ਜਿਸ ਦੌਰਾਨ ਭਗਦੜ ਮਚ ਗਈ ਅਤੇ ਇੱਕ ਛੋਟਾ ਬੱਚਾ ਜੋ ਸਟੇਜ ਤੇ ਖੜਾ ਸੀ ਉਹ ਇਸ ਅੱਗ ਦੀ ਲਪੇਟ 'ਚ ਆ ਗਿਆ। ਜ਼ਖਮੀ ਬੱਚੇ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 8 ਅਕਤੂਬਰ ਨੂੰ 에ਅਰਫੋਰਸ ਨੇ ਆਪਣਾ 87ਵਾਂ ਸਥਾਪਨਾ ਦਿਵਸ ਮਨਾਇਆ। ਇਸ ਦੇ ਲਈ ਗਾਜ਼ੀਆਬਾਦ ਦੇ ਹਿੰਡਨ 에ਅਰ ਬੇਸ ਤੇ 에ਅਰ ਸ਼ੋਅ ਕਰਵਾਏ ਗਏ, ਜਿੱਥੇ 에ਅਰਫੋਰਸ ਦੇ ਜਵਾਨਾਂ ਨੇ ਆਸਮਾਨ 'ਚ ਜਹਾਜ਼ਾਂ ਦੇ ਨਾਲ ਕਰਤੱਵ ਦਿਖਾਏ। ਇਸ ਸਮਾਗਮ 'ਚ ਹਵਾਈ ਫੌਜ ਦੇ ਨਵੇਂ 에ਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਭਦੌਰੀਆ ਨੇ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅੱਤਵਾਦੀਆਂ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਤਰੀਕਿਆਂ 'ਚ ਕਾਫੀ ਬਦਲਾਅ ਆਇਆ ਅਤੇ ਬਾਲਾਕੋਟ 에ਅਰ ਸਟ੍ਰਾਈਕ ਕਰਨਾ ਇੱਕ ਰਾਜਨੀਤਿਕ ਸੰਕਲਪ ਸੀ। Indian Air Force is on the path of rapid modernization through acquisition of crucial technologies and critical capabilities such as the Rafale fighter aircraft, S-400 surface-to-air missile systems, precision weapons, advanced electronics and early warning systems, to name a few. However, to achieve true strategic autonomy, we need to focus on indigenous design and manufacturing. The IF is fully committed towards indigenous development of high technology hardware in consonance with Make in India. It's a matter of pride that we have already inducted and operationalized a substantial number of indigenous systems as part of our modernization plan. The Integrated Air Command and Control System is one such system, fully indigenous, and has provided us one of the most advanced, secured and networked air defense environment and capability. In radars, we have the Rohini radar. ਵੇਲਾ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਧਾਂਗੇ ਅੰਤਰਰਾਸ਼ਟਰੀ ਖਬਰਾਂ ਵੱਲ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਤਾਂ ਹੁਣ ਵੱਧਦੇ ਹਾਂ ਅੰਤਰਰਾਸ਼ਟਰੀ ਖਬਰਾਂ ਵੱਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ 'ਚ ਫੈਡਰਲ ਚੋਣਾਂ ਦੀ।
ਕੈਨੇਡਾ 'ਚ ਚੋਣ ਪ੍ਰਚਾਰ ਦੌਰਾਨ ਹਰ ਪਾਰਟੀ ਦੇ ਉਮੀਦਵਾਰ ਇੱਕ ਦੂਜੇ ਤੇ ਇਲਜ਼ਾਮਾਂ ਦੀ ਝੜੀ ਲਗਾ ਰਹੇ ਨੇ। ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਂਡਰੂ ਸ਼ੀਅਰਸ ਨੇ ਲਿਬਰਲ ਪਾਰਟੀ ਤੇ ਨਿਸ਼ਾਨੇ ਲਗਾਏ ਨੇ। ਉਧਰ ਲਿਬਰਲ ਪਾਰਟੀ ਦੇ ਉਮੀਦਵਾਰ ਜਸਟਿਨ ਟਰੂਡੋ ਅਤੇ ਐਨਡੀਪੀ ਦੇ ਉਮੀਦਵਾਰ ਜਗਮੀਤ ਸਿੰਘ ਵੀ ਲੋਕਾਂ ਦੇ ਨਾਲ ਵਿਚਰਦੇ ਨਜ਼ਰ ਆਏ। Justin Trudeau has been running around the country for the past few years telling Canadians that they're going to have to pay more. You're going to have to pay more for your home heating. You have to pay more for fueling up your tank to take your kids to school or drive yourself to work. If you're in the fishing industry, you're going to pay more for your fuel. If you're a farmer, you're going to pay more for your input costs. But don't worry, because that was going to help lower emissions. Well, now we know that emissions have gone up, but so too has the cost of living. And what we saw last night from a high carbon hypocrite is once again someone he's very good at the lectures and the sermons, but he knows that privileged Canadians like him can just buy their way out of these types of things and not have to face the consequences of the higher carbon tax. Nothing changes for his lifestyle. But for the millions of hard-working Canadians who just want to get ahead, they will have to pay more. And that is what Conservatives have been fighting against every single day since he proposed his carbon tax. And that is why job number one for a Conservative government will be called an act to repeal the carbon tax, ladies and gentlemen. And after October 21st, Justin Trudeau's going to need 2 moving vans to pack everything up. One, we're going to save over $1.5 billion from corporate welfare that's going to highly profitable companies to reward CEOs. And we're going to take up $1.5 billion from foreign aid that's been going to relatively well-off countries. We've actually committed to more investments in palliative care. The essential element around a society is ensuring that everyone gets the support, the treatments that they need to live in dignity and to make the choice of medical assistance in dying one that is made in a way that isn't because you're not getting the kinds of supports and cares that you actually need. That is something that we're committed to investing in. We've made a commitment on $6 billion more invested in healthcare in particular areas like mental health, like support for seniors, like making sure that we're also ensuring that everyone can get a family doctor. These are investments we're going to make because we have common priorities with the provinces, and we will work with them on ensuring that there are outcomes for people. I think any government that makes big changes and that delivers on so many of the promises we have is going to go through experiences where people have disagreements with them. But I think what we've been able to demonstrate is that the approach that had been orthodoxy, particularly around the right for so long, that trickle down is the only way to grow an economy, doesn't work. The first thing we did was lower taxes on the middle class and raise them on the wealthiest 1%. Ask the wealthiest to pay more. We delivered child benefits that have helped the middle class and people working hard to join it. And that has led to economic growth that is among the envy of the G7. We have the lowest debt to GDP ratio of any country, of any of the G7 countries, and it's continued to decline. At the same time, we created over 1 million jobs, most of them full-time, as well as lifted 900,000 people out of poverty. There's lots more to do on the environment. There's lots more to do on fighting climate change, on putting a price on, continuing with our price on pollution. There's lots more to do on Indigenous, and we recognize there's lots more to do, but that's what we're going to do. We are recognizing that Quebecers are defending their rights through the Charter the way the Charter is meant to be done. Citizens can take a government to court and challenge a particular law. That conversation is happening right now. But as I've said, we're going to keep monitoring this process. And if there is a moment where we feel that the federal government should engage in this discussion formally, we will do that. On a personal side and as a government, Canadians
Canadians and Quebecers know full well that I will always defend people's rights, whether it's minorities, whether it's Francophone minorities outside of Quebec, whether it's women's rights, whether it's LGBT communities. You see the impact directly on students in classrooms with the cuts of 10,000 teachers and education workers. We're seeing cuts to housing with $160 million less funding for housing, for affordable housing particularly. We're seeing cuts to healthcare, to funding for autistic kids. This has been painful and difficult. Now, Mr. Trudeau, when asked the question what he would do, he surely said a lot against Mr. Ford, but when pushed on this at the Toronto Star editorial meeting, he said, I wouldn't do anything to change the decision made by a politician or a premier who's making choices to hurt families. You know, I'm not going to interfere. He doesn't think it's his job to do anything to stand up for people. I believe we don't give up on anyone. We never give up on people. He was pushed on the fact that his national housing plan resulted in a loophole that Mr. Ford drove a bulldozer through and cut $160 million. And again, he had nothing really to respond to that, to deal with that. In fact, his housing plan is 90% less per GDP than what Mr. Harper spent. So he is not responding to the struggles that people are facing here in Ontario. People are hurting because of cuts to healthcare, education, they can't find housing, and Mr. Trudeau is nowhere to be seen. And Mr. Scheer is certainly not going to make things better. He's in fact probably going to make things worse. And so Mr. Trudeau is not helping and just sitting back and saying the words, nice words, but no action. Mr. Scheer is probably going to make things worse. What people need to know is they do not have to settle for less. As Mr. Trudeau keeps on telling people, you've got to settle for less. He's going to scare people into voting for Trudeau, voting for Liberals instead of Conservatives. I want to say to people, you do not have to settle for less. You can settle for, you don't have to settle. You can actually build a better future where we invest in housing, we invest in healthcare, we expand to include dental care and pharmacare for all. We can make a brighter future possible. We've got the ability, if we make the right choices, we can do it. I'm confident and excited that people can see New Democrats a real option to take on the powerful and the wealthy and make life better for everyone else. ਹਾਂਗਕਾਂਗ 'ਚ ਲੋਕਤੰਤਰ ਦੀ ਮੰਗ ਹੁਣ ਆਜ਼ਾਦੀ ਦੀ ਮੰਗ 'ਚ ਤਬਦੀਲ ਹੋਣ ਲੱਗੀ ਹੈ। ਸੋਮਵਾਰ ਨੂੰ ਸੈਂਕੜੇ ਮੁਜ਼ਾਹਰਕਾਰੀਆਂ ਨੇ ਪ੍ਰਮੁੱਖ ਸ਼ਾਪਿੰਗ ਮਾਲ ਦੇ ਬਾਹਰ ਇਕੱਠੇ ਹੋ ਕੇ ਜ਼ੋਰਦਾਰ ਤਰੀਕੇ ਦੇ ਨਾਲ ਚੀਨ ਤੋਂ ਆਜ਼ਾਦੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਐਤਵਾਰ ਵੀ ਪੂਰੀ ਰਾਤ ਰਹਿ ਕੇ ਸੜਕਾਂ ਤੇ ਪ੍ਰਦਰਸ਼ਨ ਹੁੰਦੇ ਰਹੇ ਅਤੇ ਪੁਲਿਸ ਵਿਚਾਲੇ ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਹੁੰਦਾ ਰਿਹਾ। ਸ਼ਨੀਵਾਰ ਨੂੰ ਵੀ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ 2 ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ ਫੇਸ ਮਾਸਕ ਪਾਉਣ ਦਾ ਮੁੱਦਾ ਦਾਇਰ ਕੀਤਾ। ਫੇਸ ਮਾਸਕ ਤੇ ਪਾਬੰਦੀ ਲੱਗਣ ਤੋਂ ਬਾਅਦ ਇਹ ਪਹਿਲਾ ਮਾਮਲਾ ਦਾਇਰ ਕੀਤਾ ਗਿਆ। ਇਸੇ ਦਰਮਿਆਨ ਚੀਨ ਨੇ ਯੂਰਪੀ ਯੂਨੀਅਨ ਅਤੇ ਫਰਾਂਸ ਦੀ ਹਾਂਗਕਾਂਗ ਦੇ ਅੰਦੋਲਨ ਦੀ ਹਮਾਇਤ ਕਰਨ ਦੀ ਨਿੰਦਾ ਵੀ ਕੀਤੀ। ਏਸ਼ੀਆ ਪੈਸੀਫਿਕ ਗਰੁੱਪ ਯਾਨੀ APG ਦੀ ਰਿਪੋਰਟ ਮੁਤਾਬਕ ਅੱਤਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲੇ 'ਚ ਪਾਕਿਸਤਾਨ ਦੇ ਰਿਕਾਰਡ 'ਚ ਕੋਈ ਵੀ ਜ਼ਿਆਦਾ ਸੁਧਾਰ ਨਹੀਂ ਦੇਖਿਆ ਗਿਆ। ਇਸ ਲਈ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਸੂਚੀ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ। FATF ਦੀ ਇਸੇ ਮਹੀਨੇ ਹੋਣ ਜਾ ਰਹੀ ਮੀਟਿੰਗ ਵਿੱਚ ਅਜਿਹਾ ਫੈਸਲਾ ਲੈ ਜਾਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਮਨੀ ਲਾਂਡਰਿੰਗ ਦੀ ਨਜ਼ਰਸਾਨੀ ਕਰਨ ਵਾਲੇ ਇਸ ਆਲਮੀ ਸੰਗਠਨ ਵੱਲੋਂ ਕੀਤੀਆਂ 40 ਸਿਫਾਰਸ਼ਾਂ ਵਿੱਚੋਂ ਪਾਕਿਸਤਾਨ ਨੇ ਸਿਰਫ ਇੱਕ ਤੇ ਹੀ ਕਾਰਵਾਈ ਕੀਤੀ ਹੈ। ਪਾਕਿਸਤਾਨ ਨੂੰ ਜਦੋਂ ਤੋਂ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਸਨੇ ਸਿਫਾਰਸ਼ਾਂ ਸੰਬੰਧੀ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ। ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ। ਦੇਸ਼ ਤੇ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ।